ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਨੌਵਾਂ। ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਇਹ ਤਿੰਨ ਪਦਿਆਂ ਵਾਲਾ ਸ਼ਬਦ ਹੈ ਤੇ ਪਹਿਲਾ ਜਿਹੜਾ ਪਦਾ ਹੈ, ਇਸ ਪਦੇ ਦੇ ਅੰਦਰ ਜੋ ਰਹਾਉ ਵਾਲਾ ਪਦਾ ਹੈ, ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਕਿ ਸਤਿਗੁਰੂ ਆਖ ਰਹੇ ਨੇ ਮਨ ਰੇ, ਮਨ ਨੂੰ ਸੰਬੋਧਨ ਹੋ ਕੇ ਕੌਣ ਕੁਮਤ ਤੈ ਲੀਨੀ। ਇਸ ਸ਼ਬਦ ਦੇ ਵਿੱਚ ਕੁਮਤ ਆਇਆ, ਧਿਆਨ ਨਾਲ ਸੁਣਨਾ। ਮਤ ਜਿਹੜੀ ਹੈ ਨਾ, ਇਹ ਤਿੰਨ ਪ੍ਰਕਾਰ ਦੀ ਹੈ। ਇੱਕ ਸ਼ਬਦ ਸਤਿਗੁਰੂ ਨੇ ਇੱਥੇ ਵਰਤਿਆ ਕੁਮਤ, ਭੈੜੀ ਮਤ, ਜਿਸ ਮਤ ਦੇ ਨਾਲ ਮਨੁੱਖ ਬੌਰਾ ਹੋਇਆ ਸੰਸਾਰ ਵਿੱਚ ਫਿਰਦਾ, ਹਰ ਅਪਰਾਧ ਕਮਾਉਂਦਾ, ਇਹਨੂੰ ਕੋਈ ਸਮਝ ਨਹੀਂ। ਜਿਹੜਾ ਵੀ ਇਹ ਕਰਮ ਕਰ ਰਿਹਾ ਨਾ, ਇਸ ਮਤ ਦੇ ਨਾਲ ਜਿਹੜੀ ਇਹ ਸ਼ਬਦ ਵਰਤਿਆ ਨਾ ਕੁਮਤ, ਭੈੜੀ ਮਤ ਜਿਹੜੀ ਇਹਦੇ ਨਾਲ ਮਨੁੱਖ ਨੂੰ ਸਮਝ ਨਹੀਂ ਆਉਂਦੀ। ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਆਪਣੇ ਤੇ ਪਰਾਏ ਵਿੱਚ ਕੋਈ ਪਹਿਚਾਣ ਨਹੀਂ, ਬਸ ਬੁਰਾ ਸੋਚਣਾ, ਬੁਰਾ ਕਰਨਾ, ਮਨ ਵਿੱਚ ਇਹੀ ਕੁਝ ਚਿਤਵਦਾ। ਤੇ ਗੁਰੂ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਆਖ ਰਹੇ ਨੇ ਮਨ ਰੇ ਕੌਣ ਕੁਮਤ ਤੈ ਲੀਨੀ। ਭੈੜੀ ਮਤ ਲੈ ਲਈ ਇਹ ਮਨ। ਇਹ ਭੈੜੀ ਮਤ ਕਿਉਂ ਲਈ? ਕਿਸ ਕਾਰਨ ਇਸ ਭੈੜੀ ਮਤ ਨੂੰ ਚੰਬੜਿਆ? ਕਿਉਂਕਿ ਇਹਦੇ ਨਾਲ, ਇਸ ਮਤ ਦੇ ਨਾਲ, ਇਹ ਜਿਹੜੀ ਮਾੜੀ ਮਤ ਹੈ, ਇਸ ਮਤ ਦੇ ਨਾਲ ਹੋਏਗਾ ਕਿ ਪਰਦਾਰਾ ਨਿੰਦਿਆ ਰਸ ਰਚੇ। ਇਸ ਭੈੜੀ ਮਤ ਦੇ ਕਾਰਨ ਤੂੰ ਪਰਾਈ ਇਸਤਰੀ ਦਾ ਮੋਹ ਕਰਦਾ, ਤੂੰ ਵਿਭਚਾਰੀ ਬਣਦਾ, ਵਿਭਚਾਰ ਭੋਗਦਾ। ਪਰ ਨਿੰਦਿਆ, ਪਰਦਾਰਾ ਨਿੰਦਿਆ, ਤੇ ਨਾਲ ਹੀ ਫਿਰ ਚੁਗਲੀਆਂ ਕਰਦਾ। ਜਿੱਥੇ ਵੀ ਤੈਨੂੰ ਸੰਗਤ ਮਿਲਦੀ ਹੈ, ਉਹ ਕੁਸੰਗਤ ਬਣ ਜਾਂਦੀ ਹੈ, ਮਾੜੀ ਸੰਗਤ ਹੋ ਜਾਂਦੀ ਹੈ। ਤੇ ਉਹਦੇ ਵਿੱਚ ਬੈਠ ਕੇ ਗੁਰੂ ਕੀ ਸੰਗਤ ਫਿਰ ਮਨੁੱਖ ਕੀ ਕਰਦਾ? ਨਿੰਦਿਆ ਕਰਦਾ, ਚੁਗਲੀ ਕਰਦਾ ਕਿ ਮੇਰੀ ਨਨਾਣ ਮਾੜੀ, ਮੇਰੀ ਭਰਜਾਈ ਮਾੜੀ, ਮੇਰਾ ਮਿੱਤਰ ਮਾੜਾ, ਮੇਰਾ ਦੋਸਤ ਮਾੜਾ, ਮੇਰੇ ਪਿਤਾ ਨੇ ਆਹ ਕੀਤਾ। ਇਹ ਇਸਤਰੀ ਤੇ ਪੁਰਸ਼ ਦੋਨੋਂ ਦੀ ਆਦਤ ਹੈ, ਕੇਵਲ ਇਸਤਰੀ ਨਹੀਂ। ਇਹ ਪੁਰਸ਼ ਦੁਖੀ ਹੋਇਆ ਵੀ ਭੈੜੀ ਮਤ ਜਦੋਂ ਇਹ ਹਾਸਲ ਕਰ ਲੈਂਦਾ ਨਾ, ਕੁਮਤ ਲੈ ਲੈਂਦਾ, ਤੇ ਫਿਰ ਇਹ ਆਪਣੇ ਭਰਾ ਦੀ ਨਿੰਦਿਆ ਵੀ ਕਰਦਾ, ਆਪਣੇ ਪਿਓ ਦੀ ਨਿੰਦਿਆ ਵੀ ਕਰਦਾ। ਤੇ ਸਤਿਗੁਰੂ ਆਖ ਰਹੇ ਨੇ ਕਿ ਭਲਿਆ ਇਸ ਭੈੜੀ ਮਤ ਦਾ ਕਾਰਨ ਹੈ ਕਿ ਤੂੰ ਪਰਦਾਰਾ ਨਿੰਦਿਆ ਰਸ ਰਚੇ। ਉਸ ਰਸ ਦੇ ਵਿੱਚ ਖਚਤ ਹੋ ਗਿਆ। ਕਿਹੜੇ? ਇੱਕ ਤੇ ਵਿਭਚਾਰੀ ਹੋ ਗਿਆ, ਪਰਾਈ ਇਸਤਰੀ ਵੱਲ ਤੱਕਣ ਲੱਗ ਪਿਆ, ਤੇ ਦੂਸਰੀ ਫਿਰ ਨਿੰਦਿਆ। ਤੇ ਇਹਦੇ ਕਾਰਨ ਹੋਇਆ ਕਿ ਰਾਮ ਭਗਤ ਨਹਿ ਕੀਨੀ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਪਕੜੇ, ਸਭ ਮੁਕਦੀ ਚੱਲੀ ਰਹਿਣ। ਲਾਹਾ ਲੈਣ ਵਾਸਤੇ ਆਇਆ ਸੀ, ਰਾਮ ਦੀ ਬੰਦਗੀ ਕਰਨ ਵਾਸਤੇ, ਭਜਨ ਕਰਨ ਵਾਸਤੇ, ਉਸ ਵਾਹਿਗੁਰੂ ਨੂੰ ਸਿਮਰਨ ਵਾਸਤੇ। ਤੇ ਹੋਇਆ ਕਿ ਭੈੜੀ ਮੱਤ ਲੈ ਲਈ। ਹੁਣ ਦੂਸਰੀ ਮੱਤ ਹੈ, ਇੱਕ ਤੇ ਕੁਮਤ ਆ ਗਈ, ਇੱਕ ਆ ਗਈ ਸਮੱਤ। ਪਹਿਲੀ ਕੁਮਤ ਭੈੜੀ ਮੱਤ, ਇੱਕ ਸਮੱਤ ਜਿਹੜੀ ਅਸੀਂ ਆਮ ਵਰਤਦੇ ਹਾਂ। ਨਾ ਕਿਸੇ ਦਾ ਬੁਰਾ ਚਿਤਵਣਾ ਤੇ ਨਾ ਕਿਸੇ ਦਾ ਮਾੜਾ ਚਿਤਵਣਾ, ਨਾ ਕਿਸੇ ਦਾ ਚੰਗਾ ਚਿਤਵਣਾ। ਜੋ ਚੱਲੀ ਜਾ ਰਿਹਾ ਬਸ ਆਪਣੀ ਮੱਤ ਦੇ ਅਨੁਸਾਰ। ਮੈਂ ਗੁਰਦੁਆਰੇ ਜਾਂਦਾ, ਮੱਥਾ ਟੇਕਦਾ, ਇਹ ਮੇਰੀ ਮੱਤ ਹੈ ਕਿ ਮੈਂ ਗੁਰਦੁਆਰੇ ਜਾ ਕੇ ਮੱਥਾ ਟੇਕਿਆ, ਨਿਤਨੇਮ ਕਰ ਲਿਆ, ਮੇਰੀ ਜ਼ਿੰਦਗੀ ਬਤੀਤ ਹੋ ਗਈ, ਮੈਂ ਧਰਮੀ ਬਣ ਗਿਆ, ਇਹ ਮੇਰੀ ਮੱਤ ਹੈ। ਮੈਂ ਕਿਸੇ ਨੂੰ ਦਾਨ ਕਰ ਦਿੱਤਾ, ਜਾਂ ਕਿਸੇ ਕੋਲ ਕੁਝ ਲੈ ਲਿਆ, ਜਾਂ ਕਿਸੇ ਨੂੰ ਕੁਝ ਦੇ ਦਿੱਤਾ, ਇਹ ਸਭ ਕੁਝ ਇਹ ਮੇਰੀ ਮੱਤ, ਇਹ ਮੈਂ ਜੋ ਕਿ ਮੈਂ ਕਰ ਰਿਹਾ। ਮੈਂ ਲੰਗਰ ਲਾ ਦਿੱਤੇ, ਮੈਂ ਭਾਈ ਸੇਵਾ ਕਰਕੇ ਆਇਆ, ਇਹ ਮੈਂ ਹੋ ਗਈ। ਇਹ ਇੱਕ ਮੱਤ ਹੈ, ਸਮੱਤ ਹੈ, ਚੰਗੀ ਹੈ। ਪਰ ਤੀਸਰੀ ਮੱਤ ਜਿਹੜੀ ਹੈ ਨਾ,
ये दो मत्तां ने, कुमत ते सुमत। तीसरी मत है गुरमत। एक भैड़ी मत के कारण मनुख खज्जल खुआर होया, दूसरा अहंकार विच समत है पर अहंकार विच भरिया जा रहा नाल थोड़ा थोड़ा, ये मैं कर रहा। तीसरी मत है गुरमत। गुरमत जिहदे कोल आ जाए ना, जिसने गुरु की मत धारण कर ली, गुरु साहब कहते गुर कृपा जे नर को कीनी, तेह एह जुगत पछानी, नानक लीन भयो गोबिंद स्यों ज्यों पानी संग पानी। तीसरी मत है गुरमत। जदों मनुख गुरु की मत धारण कर लेंदा, फिर कहता मैं नहीं कीता, ये सतगुरु ने करवाया, ये कारी सतगुरु रहा। जो गुरु का हुक्म सी, जो गुरु ने हुक्म किया, उस हुक्म अनुसार ये सब कुछ हो रहा। जदों इत्थों तक कि घर विच कोई दुखदाई घटना भी वापर जाए ना, फिर भी वो शुकराना गुरु का ही करता कि सतगुरु सच्चे पातशाह जी, ये तेरे हुक्म विच ही है, क्योंकि तुसीं आप बेनती करते जे ना कि हुक्म ही होवन आकार हुक्म न कहया जाई, हुक्म ही होवन जी हुक्म मिलै वडियाई। हुक्म ही उत्तम नीच हुक्म लिख, दुख सुख पाइए पातशाह, ये तेरे हुक्म में ही सब कुछ हो रहा। यह है गुरु मत। पातशाह मैं तेनों कोई उलामा नहीं, फिर तत्ती तवी ते बैठिया भी कोई उलामा नहीं, उबलती देग विच बैठिया भी कोई उलामा नहीं, सीस उत्ते आला चल रहा कोई उलामा नहीं, क्योंकि गुरु की मत है। कहने वाले बड़ा कुछ कह रहे हैं कि भाई वेखो ये गुरु का सिख सी, इन्ने कष्ट। वो कहते नहीं, ये है ही गुरु के हुक्म विच है, ये गुरु का हुक्म ही चल रहा है, तो वो हुक्म विच ही चल रहा है। इस करके सतगुरु जी ने अज समझाया कि भलिया तीन मतां सी, तिन्हां विचों तू भैड़ी मत लै ली। ते मेरे मन तू भैड़ी मत लै ली, ते भैड़ी मत का कारण ये होया कि परदारा निंदिया, पराई इस्तरी ते चुगली निंदिया दे विच जुड़ के रह गया। राम भगत नह कीनी, परमात्मा का बंदगी, परमात्मा का नाम नहीं जपया, परमात्मा के नाम नूं आराध्या नहीं, वाहिगुरू नहीं कीता। जे कीता भी तो अपनी मत के कारण कि मैं कर रहा, गुरु की मत धारण नहीं की। मुकत पंथ जान्यू तै नाहिन, धन जोरन कौ धाया। ये अगला पदा है, ये शब्द जिहड़ा है दो पदियां वाला है। मैं तीन पदे कह गया सा, पदे दो ने, एक पदा रहाव वाला, अगले दो पदे ने। इस करके इनू शब्द नूं दो पदे, एक जिहड़ा ना रहाव वाला पदा जिहदी असीं विचार कीती है। हुण कुमत लैण दे कारण होया कि असल विच जिहड़ा मुक्ति का मार्ग सी ना, मुक्त पंथ रस्ता जिहड़ा मुक्ति का, सारे असीं लोचदे ना मुक्त हो जाइए। मेरियां भैणां बैठियां इहो सोचदियां ने कि भाई आ घर दे झंझटां तो जिहड़े जिन्ने झंझट पए होए ना, इन्हां तो मुक्त हो जाइए। वीर जिहड़े ने कहंदे आ असीं रोज़ दौड़दे भजदे आ, किते पुੱਤ जवान हो जाए, अपना कारोबार सांभ ले तो मैं मुक्त हो जावां। पर मुक्त असल च जिहड़ा मनुख है ना, वो है संसार के बंधनां तो। पर वो ये नहीं कि सारा घर बार त्याग के, सब कुछ वेच वट के, जां अपने टब्बर नूं सौंप के ते जुली बिस्तरा बन के निकल जाए बाहर कि मैं हुण भगती करन चलिया। नहीं, गुरु साहब कहते नहीं, असल में मुक्त पदार्थ ये है कि तू कारोबार भी करे, धन भी कमाए, तेरे कोल अंतां दा धन होवे, माया ते तो बहुत होवे, केवल जोड़न वाल ख्याल ना होवे। माया कमावे, उहदे नाल गुजारा करी जावे, लोड़वंदां नूं भी दवे, आप भी खर्चे, अपने परिवार नूं भी पाले, पर इनू जोड़न वाला नहीं, बैंक बैलेंस बनाने वाला नहीं कि पता नहीं अगले दिन चढ़ेगा तो फिर की खर्चांगे। छोटी जी उदाहरण है, धन गुरु अमरदास पातशाह जी शाम का प्रसादा पकदा,
ਤੇ ਜਦੋਂ ਸਾਰਾ ਰਸਤ ਪਾਣੀ ਪਕਾ ਲੈਂਦੇ ਨੇ, ਸਾਰਾ ਜਿਹੜਾ ਵਾ ਉਹ ਸਾਰੇ ਦਾ ਸਾਰਾ ਪਕਾ ਕੇ ਰੱਖ ਲੈਂਦੇ ਨੇ, ਸੰਗਤਾਂ ਨੂੰ ਛਕਾ ਦਿੰਦੇ ਨੇ। ਰਾਤ ਨੂੰ ਇੱਕ ਦਾਣਾ ਵੀ ਨਹੀਂ ਹੁੰਦਾ, ਅੰਮ੍ਰਿਤ ਵੇਲਾ ਹੁੰਦਾ। ਸੰਗਤ ਫਿਰ ਉਹ ਆਣ ਕੇ ਗੁਰੂ ਘਰ ਦੇ ਵਿੱਚ, ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਆਉਂਦੇ ਹਾਂ, ਕੋਈ ਆਟਾ ਲੈ ਕੇ ਆਉਂਦਾ, ਕੋਈ ਦਾਲ ਲੈ ਕੇ ਆਉਂਦਾ, ਕੋਈ ਧਨ ਲੈ ਕੇ ਆਉਂਦਾ। ਗੁਰੂ ਘਰ ਵਿੱਚ ਭੇਟਾਵਾਂ ਆਉਂਦੀਆਂ ਨੇ ਸਵੇਰੇ, ਤੇ ਗੁਰੂ ਸਾਹਿਬ ਨੂੰ ਸਿੱਖਾਂ ਨੇ ਪੁੱਛਿਆ, ਪਾਤਸ਼ਾਹ ਜੇ ਸਵੇਰ ਕੋਈ ਆਏ ਨਾ, ਕਹਿੰਦੇ ਨਹੀਂ, ਜਿਸ ਨੇ ਪੈਦਾ ਕੀਤਾ ਉਹਨੇ, ਇਸ ਧਰਤੀ ਦੇ ਉੱਤੇ ਜਿਹਨੇ ਘੱਲਿਆ ਨਾ, ਉਹਨੇ ਦਾਣਾ ਪਾਣੀ ਵੀ ਲਿਖਿਆ, ਤੇ ਉਹ ਦਾਣਾ ਪਾਣੀ ਕਦੇ ਮੁੱਕੇਗਾ ਨਹੀਂ, ਸਾਨੂੰ ਮਿਲੇਗਾ ਜ਼ਰੂਰ। ਤਾਂ ਸਤਿਗੁਰੂ ਜੀ ਇਹ ਬਖਸ਼ਿਸ਼ ਕਰ ਰਹੇ ਨੇ ਕਿ ਭਲਿਆ ਧਨ ਕਮਾ, ਮਾਇਆ ਇਕੱਠੀ ਕਰ, ਮਾਇਆ ਕਮਾ, ਪਰ ਉਹਦਾ ਗੁਜ਼ਾਰਾ, ਉਹਦੇ ਨਾਲ ਗੁਜ਼ਰਾਨ ਕਰ, ਤੇ ਨਾਲ ਨਾਲ ਜਿਹਨੂੰ ਲੋੜ ਹੈ ਉਹਨੂੰ ਲੋੜਵੰਦ ਨੂੰ ਵੀ ਦੇ। ਕੇਵਲ ਇਕੱਠਾ ਕਰਨ ਵਾਲੀ ਜ਼ੋਰ ਨਾ ਲਾਈ, ਜੇ ਇਕੱਠਾ ਕਰੇਗਾ ਫਿਰ ਮੁਕਤ ਪਦ ਨਹੀਂ ਮਿਲੇਗਾ, ਉਹ ਮਾਰਗ ਤੋਂ ਭਟਕ ਜਾਏਗਾ। ਤੇ ਭਟਕਣਾ ਦਾ ਕਾਰਨ ਹੀ ਇਹ ਹੈ ਕਿ ਭੈੜੀ ਮੱਤ, ਕਿਉਂਕਿ ਰਹਾਉ ਵਾਲਾ ਪਦਾ ਹੈ, ਮਨ ਰੇ ਕੌਣ ਕੋ ਮੱਤ ਤੈ ਲੀਨੀ, ਜਿਹਦੇ ਨਾਲ ਇਹ ਸਾਰੀ ਭਟਕਣਾ ਹੈ ਨਾ, ਕਿ ਮੁਕਤ ਪੰਥ ਜਾਣਿਓ ਤੈ ਨਾਹਿਨ, ਕਿਉਂਕਿ ਭੈੜੀ ਮੱਤ ਹੈ। ਸਮੱਤ ਵੀ ਕੋਲ ਨਹੀਂ, ਗੁਰੂ ਮੱਤ ਵੀ ਕੋਲ ਨਹੀਂ, ਕੇਵਲ ਭੈੜੀ ਮੱਤ ਹੈ, ਜਿਸ ਕਾਰਨ ਧਨ ਜੋਰ ਨ ਕੋ ਤਾਇਆ, ਦੌੜਾ ਕਰਦਾ ਹੈ ਕਿ ਮੈਂ ਮਾਇਆ ਇਕੱਠੀ ਕਰ ਲਵਾਂ, ਮਾਇਆ ਲੈ ਆਵਾਂ, ਮਾਇਆ ਇਕੱਠੀ ਕਰ ਲਵਾਂ। ਜਗਤ ਵਿੱਚ ਬਾਦਸ਼ਾਹ ਹੋਇਆ ਕਾਰੂ ਬਾਦਸ਼ਾਹ, ਬੜੀ ਮਾਇਆ ਇਕੱਠੀ ਕੀਤੀ ਉਸ ਬੰਦੇ ਨੇ, ਬਾਦਸ਼ਾਹ ਨੇ। ਆਪਣੇ ਰਾਜ ਕਾਲ ਦੇ ਦੌਰਾਨ ਇੰਨਾ ਧਨ ਇਕੱਠਾ ਕੀਤਾ, ਇੰਨਾ ਧਨ ਇਕੱਠਾ ਕੀਤਾ, ਕਿਸੇ ਦੇ ਘਰ ਦੇ ਵਿੱਚ ਉਹਨੇ ਇੱਕ ਧੇਲਾ ਵੀ ਨਹੀਂ ਰਹਿਣ ਦਿੱਤਾ। ਤੇ ਜਦੋਂ ਸਾਰੇ ਰਾਜ ਭਾਗ ਦੇ ਵਿੱਚੋਂ ਲੋਕਾਂ ਕੋਲ ਧਨ ਮੁੱਕਦਿਆ, ਲੋਕ ਕੁਰਾਹਟ ਕਰਨ ਲੱਗੇ, ਰੋਣ ਲੱਗੇ, ਕੁਰਲਾਉਣ ਲੱਗੇ, ਤੇ ਫਿਰ ਇੱਕ ਹੋਕਾ ਦਵਾਇਆ। ਜਦੋਂ ਭੈੜੀ ਮੱਤ ਆ ਜਾਵੇ ਨਾ, ਫਿਰ ਮਨੁੱਖ ਇਹ ਹੀ ਸੋਚਦਾ ਕਿ ਮੇਰੇ ਭਰਾ ਦੀ ਦੁਕਾਨ ਨਾ ਚੱਲੇ, ਮੇਰੀ ਚੱਲੇ। ਜਿਹੜਾ ਮੇਰਾ ਭਰਾ ਹੈ, ਇਹਦਾ ਕਾਰੋਬਾਰ ਠੱਪ ਹੋ ਜਾਵੇ, ਮੇਰਾ ਚੱਲੇ। ਇਹ ਨਹੀਂ ਆਖਦਾ ਕਿ ਸੱਚੇ ਪਾਤਸ਼ਾਹ ਮੇਰਾ ਕਾਰੋਬਾਰ ਵੀ ਚੱਲੇ ਤੇ ਮੇਰੇ ਭਰਾ ਦਾ ਵੀ ਚੱਲੇ, ਕਿਉਂਕਿ ਗੁਰੂ ਘਰ ਦੇ ਵਿੱਚ ਤੇ ਇਹ ਹੈ ਨਾ, ਗੁਰੂ ਮੱਤ ਕੀ ਕਹਿੰਦੀ ਹੈ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦੇ ਭਲੇ ਵਿੱਚ ਭਰਾ ਵੀ ਆਉਂਦਾ, ਚਾਚਾ ਤਾਇਆ ਵੀ ਆਉਂਦਾ। ਜਿਸ ਦਿਨ ਸਰਬੱਤ ਦਾ ਭਲਾ ਮੰਗਦੇ, ਉਹਦੇ ਵਿੱਚ ਸਾਰੇ ਆ ਜਾਂਦੇ ਆ। ਹੁਣ ਕਾਰੂ ਬਾਦਸ਼ਾਹ ਇਹਨੇ ਕੁਮੱਤ ਹਾਸਲ ਕੀਤੀ ਹੈ, ਭੈੜੀ ਮੱਤ ਹਾਸਲ ਕੀਤੀ ਹੈ, ਤੇ ਹੁਣ ਕਰ ਕੀ ਰਿਹਾ? ਆਪਣੇ ਰਾਜ ਦੇ ਲੋਕਾਂ ਨੂੰ ਦੁਖੀ ਕਰ ਰਿਹਾ। ਸਾਰਾ ਧਨ ਇਕੱਠਾ ਕਰਨ ਤੋਂ ਬਾਅਦ ਪਤਾ ਚੱਲ ਗਿਆ ਹੁਣ ਕਿਸੇ ਕੋਲ ਧਨ ਨਹੀਂ ਹੈਗਾ, ਤੇ ਫਿਰ ਕੀ ਆਖਿਆ? ਇਹਨੇ ਹੋਕਾ ਦਵਾਇਆ ਕਿ ਮੇਰੀ ਧੀ ਦਾ ਸਾਕ, ਧੀ ਜਵਾਨ ਹੋਈ ਹੈ, ਮੈਂ ਵਿਆਹ ਕਰਵਾਉਣਾ ਇਹਦਾ, ਤੇ ਜੇ ਕੋਈ ਇੱਕ ਧੇਲਾ ਲੈ ਕੇ ਆਵੇ ਨਾ, ਤੇ ਮੈਂ ਆਪਣੀ ਧੀ ਦਾ ਵਿਆਹ ਉਹਦੇ ਨਾਲ ਕਰ ਦੇਵਾਂ। ਇੱਕ ਅਣਜਾਣ ਨੌਜਵਾਨ ਮਨੁੱਖ ਘਰ ਵਿੱਚ ਗਿਆ, ਮਾਂ ਦੇ ਕੋਲ ਰੋਣ ਲੱਗਾ, ਮਾਂ ਮੈਨੂੰ ਪੈਸੇ ਚਾਹੀਦੇ ਨੇ, ਇੱਕ ਧੇਲਾ ਚਾਹੀਦਾ। ਕਿਉਂ ਪੁੱਤ? ਕਹਿੰਦੇ ਮੈਂ ਬਾਦਸ਼ਾਹ ਦੀ ਧੀ ਨਾਲ ਵਿਆਹ ਕਰਾਉਣਾ, ਅਸੀਂ ਸੁਖੀ ਹੋ ਜਾਵਾਂਗੇ। ਗੱਲ ਤੇ ਇੱਕ ਧੇਲੇ ਦੀ ਹੈ ਨਾ, ਅੱਜ ਦੇ ਜ਼ਮਾਨੇ ਰੁਪਈਆ ਕਹਿ ਲਈਏ, 100 ਰੁਪਈਆ ਕਹਿ ਲਈਏ, ਇੱਕ ਧੇਲਾ ਚਾਹੀਦਾ। ਮਾਂ ਕਹਿੰਦੀ ਪੁੱਤ ਕਿੱਥੋਂ ਲੈ ਆਵਾਂ? ਤੇਰੇ ਸਾਹਮਣੇ ਸਾਰਾ ਜਗਤ ਰੋ ਰਿਹਾ, ਇਸ ਬਾਦਸ਼ਾਹ ਦੇ ਰਾਜ ਭਾਗ ਦੇ ਵਿੱਚ ਕੋਈ ਸੁਖੀ ਹੋਇਆ? ਨਹੀਂ ਮਾਂ, ਮੈਨੂੰ ਧੇਲਾ ਚਾਹੀਦਾ ਹੀ ਚਾਹੀਦਾ। ਬੜਾ ਰੋਇਆ, ਤੇ ਮਾਂ ਨੇ ਅਖੀਰ ਵਿੱਚ ਆਖਿਆ, ਪੁੱਤ ਜਿਸ ਦਿਨ ਤੇਰਾ ਪਿਓ ਮਰਿਆ ਸੀ ਨਾ, ਤੇ ਮਰਨ ਲੱਗਿਆ ਉਹਦੇ ਮੱਥੇ ਉੱਤੇ ਇੱਕ ਧੇਲਾ ਰੱਖਿਆ ਸੀ, ਜਾ ਉਹਦੀ ਕਬਰ ਵਿੱਚੋਂ ਪੁੱਟ ਲਿਆ। ਉਹ ਨੌਜਵਾਨ ਗਿਆ, ਕਬਰ ਵਿੱਚੋਂ ਧੇਲਾ ਪੁੱਟਿਆ, ਰਾਜੇ ਦੇ ਦਰਬਾਰ ਵਿੱਚ ਗਿਆ, ਉਸ ਬਾਦਸ਼ਾਹ ਦੇ ਕੋਲ ਪਹੁੰਚਿਆ, ਜਾ ਕੇ ਧੇਲਾ ਰੱਖਿਆ, ਆਖਿਆ ਆਪਣੀ ਧੀ ਦਾ ਸਾਕ ਦੇ ਦਿਓ। ਹੁਣ ਬਾਦਸ਼ਾਹ ਭੈੜੀ ਮੱਤ ਵਾਲਾ ਸੀ, ਉਹ ਤੇ ਇਹ ਚਾਹੁੰਦਾ ਸੀ ਕਿ ਮੈਂ ਵੇਖਾਂ ਕਿਸੇ ਕੋਲ ਪੈਸਾ ਹੈ। ਜਦੋਂ ਉਹਦੇ ਕੋਲ ਧੇਲਾ ਗਿਆ, ਤੇ ਰਾਜੇ ਨੇ ਆਪਣੇ ਵਜ਼ੀਰ ਨੂੰ ਆਖਿਆ, ਭਾਈ ਅਸੀਂ ਸਾਰਿਆਂ ਕੋਲੋਂ ਪੈਸਾ ਲੈ ਆਂਦਾ, ਇਹਦੇ ਕੋਲ ਕਿੱਥੋਂ ਆਇਆ? ਜਦੋਂ ਨੌਜਵਾਨ ਨੂੰ ਪੁੱਛਿਆ ਨਾ,
ਤੇ ਨੌਜਵਾਨ ਆਖਦਾ ਹੈ ਕਿ ਭਾਈ ਮੈਂ ਆਪਣੇ ਪਿਓ ਦੀ ਕਬਰ ਵਿੱਚੋਂ ਪੁੱਟ ਕੇ ਲਿਆਇਆ, ਤੇ ਉਹਨੇ ਕੀ ਕੀਤਾ, ਫਿਰ ਸਾਰੀਆਂ ਕਬਰਾਂ ਪਕਾਈਆਂ ਤੇ ਜਿਹੜੇ ਮੱਥਿਆਂ ਉੱਤੇ ਕਿਸੇ ਦੇ ਮੂੰਹ ਵਿੱਚ ਢੇਲਾ ਪਾ ਕੇ ਮੁਰਦੇ ਨੂੰ ਦਬਨਾਇਆ ਗਿਆ ਸੀ, ਉਸ ਮੁਰਦਿਆਂ ਦੇ ਵਿੱਚੋਂ ਵੀ ਉਹਨੇ ਪੈਸੇ ਇਕੱਠੇ ਕੀਤੇ। ਇੰਨੀ ਭੈੜੀ ਮੱਤ ਜਿਹੜੀ ਹੈ ਨਾ, ਇਹ ਮਨੁੱਖ ਨੂੰ ਕਿੰਨਾ ਗਿਰਾ ਦਿੰਦੀ ਹੈ। ਅਮੀਰ ਜਿੰਨਾ ਮਰਜ਼ੀ ਹੋਵੇ, ਪਰ ਇੱਕ ਇੱਕ ਢੇਲੇ ਵਾਸਤੇ ਵੀ ਉਹਨੇ ਕਬਰਾਂ ਪੱਕੀਆਂ। ਤੇ ਗੁਰੂ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਗਏ, ਫਿਰ ਜਗਤ ਦੇ ਕਲਿਆਣ ਹਿੱਤ ਇਹਦੇ ਕੋਲ ਪਹੁੰਚੇ ਨੇ। ਤੇ ਜਾ ਕੇ ਜਦੋਂ ਇਸ ਬਾਦਸ਼ਾਹ ਦੇ ਨਾਲ ਮੁਲਾਕਾਤ ਹੋਈ ਹੈ ਨਾ, ਅਖੀਰ ਮੁਲਾਕਾਤ ਤੋਂ ਬਾਅਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ, ਬਾਦਸ਼ਾਹ ਅਸੀਂ ਤੇਰੇ ਤੋਂ ਪ੍ਰਸੰਨ ਹੋਏ ਹਾਂ, ਆਹ ਸੂਈ ਲੈ, ਜਦੋਂ ਅਸੀਂ ਅਗਲੇ ਜਹਾਨ ਮਿਲਾਂਗੇ ਨਾ, ਫਿਰ ਤੇਰੇ ਕੋਲੋਂ ਇਹ ਸੂਈ ਲਵਾਂਗੇ, ਇਹਨੂੰ ਰੱਖੀ ਕੋਲ, ਅਸੀਂ ਤੇਰੇ ਤੋਂ ਪ੍ਰਸੰਨ ਹੋਏ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਚਾਲੇ ਪਾ ਗਏ ਨੇ। ਬਾਦਸ਼ਾਹ ਰਾਤ ਨੂੰ ਜਦੋਂ ਵਿਸ਼ਰਾਮ ਕਰਦਾ ਹੈ, ਆਪਣੀ ਰਾਣੀ ਨੂੰ ਆਖਦਾ ਹੈ ਕਿ ਭਾਈ ਅੱਜ ਇੱਕ ਪੁਰਖ ਆਇਆ ਸੀ, ਜਿਹਨੂੰ ਲੋਕ ਗੁਰੂ ਆਖਦੇ ਨੇ, ਗੁਰੂ ਨਾਨਕ ਆਖਦੇ ਨੇ, ਬਾਬਾ ਆਖਦੇ ਨੇ। ਆਹ ਸੂਈ ਦੇ ਕੇ ਗਿਆ, ਇਹਨੂੰ ਧਿਆਨ ਨਾਲ ਕਿਸੇ ਪਲੜੇ ਵਿੱਚ ਬੰਨ੍ਹ ਕੇ ਰੱਖੀ, ਤਜੋਰੀ ਵਿੱਚ ਰੱਖ ਦੇ। ਕਹਿੰਦੇ ਕਿਉਂ, ਇਹ ਖਾਸੀਅਤ ਕੀ ਹੈ ਇਸ ਸੂਈ ਦੀ? ਕਹਿੰਦੇ ਨਹੀਂ, ਉਸ ਪੁਰਸ਼ ਨੇ ਆਖਿਆ ਅਗਲੇ ਜਹਾਨ ਵਿੱਚ ਲਵਾਂਗੇ। ਤੇ ਆਖਦੀ ਹੈ, ਭਲਿਆ ਪੁਰਸ਼ਾ, ਅਗਲੇ ਜਹਾਨ ਤੇ ਇਸ ਸਰੀਰ ਨੇ ਵੀ ਨਹੀਂ ਜਾਣਾ। ਆ ਜਿਹੜਾ ਦੇਹੀ ਹੈ ਨਾ, ਜਿਹੜੀ ਦੇਹ ਵਿੱਚ ਤੂੰ ਤੁਰਿਆ ਫਿਰਦਾ, ਇਸ ਦੇਹੀ ਨੇ ਵੀ ਨਹੀਂ ਜਾਣਾ। ਜਦੋਂ ਅੱਗ ਲੱਗੀ, ਇਸ ਦੇਹੀ ਨੇ ਵੀ ਸੜ ਜਾਣਾ। ਇਹ ਸੂਈ ਕਿੱਥੋਂ ਦੇਏਗਾ? ਫਿਰ ਦੌੜਿਆ ਮਗਰ, ਗੁਰੂ ਨਾਨਕ ਪਾਤਸ਼ਾਹ ਜੀ ਦਾ ਪਿੱਛਾ ਕੀਤਾ, ਦੌੜ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਤੇ ਜਾ ਕੇ ਬੇਨਤੀ ਕੀਤੀ, ਪਾਤਸ਼ਾਹ ਇਹ ਸੂਈ ਤੇ ਜਾਣੀ ਨਹੀਂ। ਕਹਿੰਦੇ ਇਹੋ ਤੇ ਤੈਨੂੰ ਸਮਝਾਉਣਾ ਸੀ, ਜਿਸ ਧਨ ਨੂੰ ਇਕੱਠਾ ਕਰਨ ਤੇ ਤੂੰ ਇੰਨਾ ਜ਼ੋਰ ਲਾਇਆ, ਲੋਕਾਂ ਨੂੰ ਤੂੰ, ਆਪਣੀ ਪ੍ਰਜਾ ਨੂੰ ਤੂੰ ਇੰਨਾ ਦੁਖੀ ਕੀਤਾ, ਉਹ ਧਨ ਵੀ ਤੇਰੇ ਨਾਲ ਨਹੀਂ ਜਾਣਾ। ਫਿਰ ਇਹ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਬਣਿਆ। ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਭਲਿਆ ਇਸ ਧਨ ਨੇ ਇਕੱਠਿਆਂ ਨਹੀਂ ਜਾਣਾ। ਹਾਂ, ਕਮਾ ਜ਼ਰੂਰ, ਖਾਵੋ ਖਰਚੋ ਰਲ ਮਿਲ, ਭਾਈ ਟੂਟ ਨਾ ਆਵੇ ਵੱਧ ਹੋ ਜਾਏ। ਧਨ ਕਮਾਓ ਜ਼ਰੂਰ, ਪਰ ਇਹ ਨਾ ਹੋਵੇ ਕਿ ਧਨ ਕਮਾਉਣ ਦੇ ਚੱਕਰ ਵਿੱਚ ਦੂਸਰਿਆਂ ਨੂੰ, ਆਪਣਿਆਂ ਨੂੰ, ਨੇੜਲੇ ਤੇਲੜਿਆਂ ਨੂੰ ਦੁਖੀ ਕਰੋ। ਗੁਰੂ ਸਾਹਿਬ ਦਾ ਇਹ ਹੁਕਮ ਨਹੀਂ, ਕਿਉਂਕਿ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਜਿੰਨਾ ਕੁਝ ਜੋੜਿਆ ਇਹਨੇ ਤੇਰੀ ਮਦਦ ਨਹੀਂ ਕਰਨੀ, ਅੰਤ ਸਮੇਂ ਤੇਰੇ ਨਾਲ ਨਿਭਣਾ ਨਹੀਂ, ਸਭ ਇੱਥੇ ਰਹਿ ਜਾਣਾ। ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰ ਰਹੇ ਨੇ, ਨਾ ਹਰ ਭਜਿਓ, ਨਾ ਗੁਰ ਜਨ ਸੇਵਿਓ, ਨਾ ਉਪਜਿਓ ਕਛ ਗਿਆਨਾ, ਘਟ ਹੀ ਮਾਹੇ ਨਿਰੰਜਨ ਤੇਰੈ, ਤੈ ਖੋਜਤ ਉਦਿਆਨਾ। ਇਹ ਭਾਈ ਭੈੜੀ ਮਤ ਕਾਰਨ ਨਾ ਪਰਮਾਤਮਾ ਦਾ ਨਾਮ ਸਿਮਰਿਆ, ਨਾ ਹੀ ਗੁਰੂ ਨੂੰ ਕਦੇ ਚੇਤੇ ਕੀਤਾ। ਅਸੀਂ ਆਉਂਦੇ ਆ ਨਾ, ਗੁਰੂ ਨੂੰ ਚੇਤੇ ਕਰਕੇ ਨਹੀਂ ਆਉਂਦੇ। ਘਰੋਂ ਤੁਰੀਏ, ਕਦੇ ਗੁਰੂ ਨੂੰ ਚੇਤੇ ਕੀਤਾ? ਜਿੰਨੇ ਵੀ ਅਸੀਂ ਸੁਣ ਰਹੇ ਹਾਂ, ਸਾਰੇ ਧਿਆਨ ਦਿਆ ਜੇ। ਜਦੋਂ ਵੀ ਅਸੀਂ ਘਰੋਂ ਚੱਲਦੇ ਹਾਂ ਨਾ, ਤੇ ਗੁਰੂ ਨੂੰ ਧਿਆਨ ਵਿੱਚ ਨਹੀਂ ਚੱਲ, ਜੋ ਸਾਡੀ ਮਨੋਕਾਮਨਾ ਹੁੰਦੀ ਹੈ ਨਾ, ਉਹਨੂੰ ਧਿਆਨ ਵਿੱਚ ਕਿ ਅੱਜ ਅਸੀਂ ਜਾ ਕੇ ਆਹ ਮੰਗਣਾ। ਕਦੇ ਇਹ ਨਹੀਂ ਆਖਿਆ ਅਸੀਂ ਗੁਰੂ ਨੂੰ ਮਿਲਣ ਵਾਸਤੇ ਚੱਲੇ ਹਾਂ। ਅੱਜ ਕੀ ਅਸੀਂ ਅੱਜ ਜਾਣਾ, ਸਾਡੇ ਘਰ ਵਿੱਚ ਦੁੱਖ ਹੈ, ਸੁੱਖ ਲੈਣ ਵਾਸਤੇ ਗੁਰੂ ਨੂੰ। ਫਿਰ ਉਹ ਦੁੱਖ ਚੇਤੇ ਆਉਂਦਾ ਤੇ ਆਣ ਕੇ ਅਰਦਾਸ ਕਰਦੇ ਹਾਂ। ਜੇ ਸੁੱਖ ਆ ਗਿਆ, ਸੁੱਖ ਲੈ ਕੇ ਆਉਂਦੇ ਹਾਂ ਕਿ ਸੱਚੇ ਪਾਤਸ਼ਾਹ ਸੁੱਖ ਦਿੱਤਾ। ਕਦੇ ਗੁਰੂ ਨੂੰ ਧਿਆਨ ਵਿੱਚ ਲਿਆਂਦਾ ਨਹੀਂ। ਗੁਰੂ ਜਪਦਿਆਂ ਨਹੀਂ ਆਏ, ਵਾਹਿਗੁਰੂ ਵਾਹਿਗੁਰੂ ਕਰਦਿਆਂ ਨਹੀਂ ਆਏ। ਜੇ ਵਾਹਿਗੁਰੂ ਵਾਹਿਗੁਰੂ ਮੂੰਹ ਵਿੱਚੋਂ ਨਿਕਲਿਆ ਵੀ ਹੈ, ਤੇ ਉਸ ਦੁੱਖ ਕਰਕੇ, ਉਸ ਸੁੱਖ ਕਰਕੇ, ਗੁਰੂ ਕਰਕੇ ਨਹੀਂ ਕਿ ਪਾਤਸ਼ਾਹ ਤੇਰੇ ਦਰਸ਼ਨਾਂ ਨੂੰ ਆ ਰਹੇ ਆ। ਕਦੇ ਇਹ ਮਨ ਵਿੱਚ ਨਹੀਂ ਆਖਿਆ ਕਿ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ। ਇਹ ਕਦੇ ਨਹੀਂ ਆਖਿਆ ਕਿ ਪਾਤਸ਼ਾਹ ਇੱਕ ਘੜੀ ਨਾ ਮਿਲੀਏ ਤੇ ਕਲਯੁਗ ਬਣ ਜਾਂਦਾ। ਕਲਯੁਗ ਦਾ ਭਾਵ ਅਰਥ ਹੀ ਇਹ ਹੈ ਕਿ ਤੇਰੇ ਤੋਂ ਵਿਛੋੜਾ। ਅਸੀਂ ਭੈੜੀ ਮੱਤ ਦੇ ਧਾਰਨੀ ਹੋ ਜਾਂਦੇ ਹਾਂ। ਗੁਰੂ ਸਾਹਿਬ ਆਖ ਰਹੇ ਨੇ ਕਿ ਇਹ ਭਾਈ ਭੈੜੀ ਮੱਤ ਦਾ ਹੀ ਕਾਰਨ ਹੈ ਕਿ ਨਾ ਹਰ ਭਜਿਓ, ਨਾ ਗੁਰ ਜਨ ਸੇਵਿਓ। ਕਦੇ ਗੁਰੂ ਨਹੀਂ ਆਖਿਆ, ਕਦੇ ਵਾਹਿਗੁਰੂ ਨਹੀਂ ਆਖਿਆ। ਕੇਵਲ
ਉਹਦੀਆਂ ਦਾਤਾਂ ਦਿੱਤੀਆਂ ਹੋਈਆਂ ਨੇ, ਉਹਨੂੰ ਵੀ ਕਦੇ ਯਾਦ ਨਹੀਂ ਅਸੀਂ ਕੀਤਾ। ਅਸੀਂ ਕੇਵਲ ਤੇ ਕੇਵਲ ਆਪਣੇ ਦੁੱਖਾਂ ਤੇ ਸੁੱਖਾਂ ਕਾਰਨ ਜਿਹੜਾ ਪਰਮਾਤਮਾ ਨਾਲ ਜੁੜੇ ਹੋਏ ਹਾਂ। ਨਹਿ ਉਪਜਿਓ ਕਛ ਗਿਆਨਾ, ਕੋਈ ਗਿਆਨ ਹਾਸਲ ਨਹੀਂ ਕੀਤਾ ਗੁਰੂ ਦੇ ਕੋਲੋਂ ਆਣ ਕੇ। ਘਟ ਹੀ ਮਾਹੇ ਨਿਰੰਜਨ ਤੇਰਾ, ਤੈ ਖੋਜਤ ਉਦਿਆਨਾ। ਹੈ ਭਾਈ ਤੇਰੇ ਅੰਦਰ ਹੀ ਪਰਮਾਤਮਾ ਹੈ, ਤੇਰੇ ਹਿਰਦੇ ਘਰ ਵਿੱਚ ਹੀ ਪਰਮਾਤਮਾ ਹੈ। ਬਾਹਰ ਢੂੰਡਣ ਦੀ ਲੋੜ ਨਹੀਂ, ਉਹਨੂੰ ਅੰਦਰ ਆਪਣੇ ਅੰਦਰੋਂ ਲੱਭ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਬਹੁਤ ਜਨਮ ਭਰਮਤ ਤੈ ਹਾਰਿਓ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਭੁਰੰਗਾ। ਇੱਕ ਨਹੀਂ, ਕਈ ਜਨਮਾਂ ਦੇ ਵਿੱਚੋਂ ਭਟਕਦਿਆਂ ਭਟਕਾਉਂਦਿਆਂ ਅਸੀਂ ਆਏ ਹਾਂ। ਇਹ ਪਾਤਸ਼ਾਹ ਹੁਣ ਇਹ ਬੇਨਤੀ ਕੀਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਖੀਰਲੇ ਪਦੇ ਵਿੱਚ, ਇਹ ਪਾਤਸ਼ਾਹ ਭੁੱਲੇ ਹੋਏ ਭਟਕੇ ਹੋਏ ਆ ਰਹੇ ਹਨ। ਬਹੁਤ ਜਨਮ ਭਰਮਤ ਤੈ ਹਾਰਿਓ, ਥੱਕ ਹਾਰ ਕੇ ਤੇਰੇ ਕੋਲ ਆਏ ਹਾਂ। ਅਸਥਿਰ ਮਤ ਨਹੀਂ ਪਾਈ, ਉਹ ਮਤ ਹਾਸਲ ਨਹੀਂ ਹੋਈ ਜਿਹੜੀ ਮਤ ਲੈਣ ਵਾਸਤੇ ਆਉਣਾ ਸੀ। ਕਿਹੜੀ? ਗੁਰੂ ਮਤ, ਜਿਹਨੇ ਮਨ ਨੂੰ ਟਿਕਾ ਦੇਣਾ ਸੀ, ਜਿਹਨੇ ਮਨ ਨੂੰ ਐਨ ਪਰਮਾਤਮਾ ਦੇ ਨਾਲ ਲਿਵ ਲੀਨ ਕਰ ਦੇਣਾ ਸੀ। ਉਹ ਸਤਿਗੁਰੂ ਜੀ ਮਤ ਹਾਸਲ ਨਹੀਂ ਹੋਈ। ਹੁਣ ਇਹ ਦੇਹੀ ਮਿਲੀ ਹੈ, ਮਾਨਸ ਦੇਹ ਪਾਏ ਪਦ ਹਰ ਪਦ। ਹੁਣ ਇਹ ਮਨੁੱਖਾ ਦੇਹੀ ਮਿਲੀ ਹੈ। ਕਿਉਂ? ਧੰਨ ਗੁਰੂ ਅਰਜਨ ਪਾਤਸ਼ਾਹ ਜੀ ਆਖਰੇ ਨੇ, ਰੋਜ਼ਾਨਾ ਪੜ੍ਹਦੇ ਆ, ਭਈ ਪ੍ਰਾਪਤ ਮਾਨਸ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੇ ਪ੍ਰਿਆ। ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਖਰੇ ਨੇ, ਗੁਰੂ ਨੇ ਰਹਿਮਤ ਕੀਤੀ ਹੈ, ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਮੈਨੂੰ ਇਹ ਸੋਝ ਬਖਸ਼ੀ ਹੈ ਕਿ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਨਾ, ਇਸ ਮਨੁੱਖਾ ਜਨਮ ਦੇ ਵਿੱਚ ਆਣ ਕੇ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਲੈ ਕੇ ਉਹਦਾ ਸ਼ੁਕਰਾਨਾ ਕਰਨਾ ਹੈ ਕਿ ਪਾਤਸ਼ਾਹ ਇਹ ਸਭ ਕੁਝ ਤੂੰ ਦਿੱਤਾ, ਇਹ ਦੁੱਖ ਵੀ ਤੇਰੇ ਨੇ, ਇਹ ਸੁੱਖ ਵੀ ਤੇਰੇ ਨੇ, ਸਾਰਾ ਕੁਝ ਹੀ ਤੂੰ ਦਿੱਤਾ। ਦੁੱਖ ਆਇਆ ਤੇ ਸੁੱਖ ਵੀ ਤੂੰ ਦੇਣਾ, ਸੁੱਖ ਆਇਆ ਤੇ ਆਉਣ ਵਾਲੇ ਸਮੇਂ 'ਚ ਦੁੱਖ ਵੀ ਆਉਣਾ। ਇਹ ਇੱਕ ਸਿੱਖ ਦੀ, ਗੁਰੂ ਦੇ ਸਿੱਖ ਦੀ, ਜਿਹਨੇ ਗੁਰੂ ਦੀ ਮੱਤ ਲੈ ਲਈ ਹੈ ਨਾ, ਇਹ ਉਹਦੇ ਵਾਸਤੇ ਗੁਰੂ ਸਾਹਿਬ ਦਾ ਹੁਕਮ ਹੈ। ਸੋ ਸਤਿਗੁਰੂ ਜੀ ਰਹਿਮਤ ਕਰਨ, ਸਾਨੂੰ ਵੀ ਇਹ ਸਮਝ ਆ ਜਾਵੇ। ਜ਼ਿੰਦਗੀ ਵਿੱਚ ਸਦਾ ਚੱਲਦਿਆਂ ਹੋਇਆਂ ਕੋਈ ਵੀ ਜਦੋਂ ਅਸੀਂ ਕਰਮ ਕਰਦੇ ਹਾਂ, ਇਹ ਤਿੰਨ ਮੱਤਾਂ ਨੇ ਜਿਹਨੇ ਮਨ ਨੂੰ ਸਮਝਾਉਣਾ। ਇੱਕ ਕੁਮੱਤ, ਭੈੜੀ ਮੱਤ ਜਿਹੜੀ ਹੈ, ਇੱਕ ਸਮੱਤ ਜਿਹਦੇ ਨਾਲ ਅਸੀਂ ਆਪਣੀ ਚੰਗੀ ਮੱਤ ਹੈ ਪਰ ਆਪਣੇ ਮਨ ਦੀ ਮਰਜ਼ੀ ਕਰਦੇ ਹਾਂ। ਇੱਕ ਹੈ ਗੁਰੂ ਮੱਤ, ਜਿਹੜੀ ਗੁਰੂ ਦੇ ਰਾਹੀਂ ਜੋ ਗੁਰੂ ਨੇ ਆਖਿਆ ਉਹ ਕਰਨਾ। ਪਾਤਸ਼ਾਹ ਕੀ ਅਰਦਾਸ ਕਰੀਏ, ਪਾਤਸ਼ਾਹ ਸਾਨੂੰ ਵੀ ਗੁਰੂ ਦੀ ਮੱਤ ਆ ਜਾਵੇ, ਅਸੀਂ ਵੀ ਗੁਰੂ ਦੇ ਮੱਤ ਦੇ ਧਾਰਨੀ ਹੋ ਜਾਈਏ, ਸਾਡਾ ਜੀਵਨ ਸਫਲਾ ਹੋ ਜਾਵੇ। ਹੋਈਆਂ ਬੇਅੰਤ ਫੁੱਲਾਂ ਦੀ ਖਿਮਾ। ਆਓ ਸਾਰੀ ਸੰਗਤ ਬੜੇ ਅਦਬ ਸਤਿਕਾਰ ਦੇ ਨਾਲ ਅੰਤ ਗੁਰਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ।